हेलो फ्रेंड्स, वेलकम टू HC क्लासेस। HC क्लासेस ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਅੱਜ ਆਪਾਂ ਬੈਂਕਿੰਗ ਦੇ ਰਿਲੇਟਡ ਇੱਕ ਨਵੀਂ ਸੀਰੀਜ਼ ਸਟਾਰਟ ਕਰਨ ਜਾ ਰਹੇ ਹਾਂ ਜਿਸ ਦਾ ਨਾਮ ਹੈ ਬੈਂਕਿੰਗ ਅਵੇਅਰਨੈਸ, ਜਿਸ ਦੇ ਵਿੱਚ ਬੈਂਕ ਦੇ ਨਾਲ ਰਿਲੇਟਡ ਜਿੰਨੇ ਵੀ ਐਗਜ਼ਾਮਸ ਨੇ ਲਾਈਕ SBI, RBI, IBPS, RRBs, ਕੋਆਪਰੇਟਿਵ ਬੈਂਕਸ ਐਂਡ ਅਦਰਸ, ਉਹ ਸਾਰੇ ਦੇ ਸਾਰੇ ਬੈਂਕਸ ਦੇ ਐਗਜ਼ਾਮ ਦੇ ਵਿੱਚ ਜੋ ਵੀ ਬੈਂਕਿੰਗ ਦੇ ਨਾਲ ਰਿਲੇਟਡ ਕੁਐਸਚਨਸ ਪੁੱਛੇ ਜਾਂਦੇ ਨੇ ਉਹਨਾਂ ਨੂੰ ਵਨ ਬਾਏ ਵਨ ਆਪਾਂ ਕਵਰ ਕਰਾਂਗੇ। ਇਸ ਸੀਰੀਜ਼ ਦੇ ਵਿੱਚ ਆਪਾਂ ਚੈਪਟਰ ਵਾਈਜ਼ ਪੂਰੀ ਦੀ ਪੂਰੀ ਡਿਟੇਲ ਹੈ ਜੋ ਬੈਂਕਿੰਗ ਦੀ ਸਿੱਖਾਂਗੇ, ਜਿਸ ਦਾ ਅੱਜ ਆਪਾਂ ਫਸਟ ਟੌਪਿਕ ਸਟਾਰਟ ਕਰਨ ਜਾ ਰਹੇ ਹਾਂ, ਹਿਸਟਰੀ ਆਫ ਬੈਂਕਿੰਗ ਇਨ ਇੰਡੀਆ, ਯਾਨੀ ਕਿ ਬੈਂਕਿੰਗ ਦਾ ਇਤਿਹਾਸ ਕੀ ਸੀ ਇੰਡੀਆ ਦੇ ਵਿੱਚ, ਭਾਰਤ ਦੇ ਵਿੱਚ। ਇਸ ਲੈਕਚਰ ਨੂੰ ਪ੍ਰੈਜ਼ੈਂਟ ਕਰੂੰਗਾ ਮੈਂ ਪੁਨੀਤ ਗੋਇਲ। ਸੋ आओ ਆਪਾਂ ਮਿਲ ਕੇ ਸਟਾਰਟ ਕਰਦੇ ਹਾਂ ਬੈਂਕਿੰਗ ਅਵੇਅਰਨੈਸ। ਸਭ ਤੋਂ ਪਹਿਲਾਂ ਬੈਂਕ ਹੁੰਦਾ ਕੀ ਹੈ? ਬੈਂਕ ਅਗਰ ਮੈਂ ਇੱਕ ਸਿੰਪਲ ਲੈਂਗੁਏਜ ਦੇ ਵਿੱਚ ਤੁਹਾਨੂੰ ਦੱਸਾਂ, ਬੈਂਕ ਇੱਕ ਐਸਾ ਫਾਈਨੈਂਸ਼ੀਅਲ ਇੰਸਟੀਟਿਊਟ ਹੈ ਜਿੱਥੇ ਆਪਾਂ ਆਪਣੇ ਪੈਸੇ ਜਮ੍ਹਾਂ ਕਰਵਾ ਸਕਦੇ ਹਾਂ, ਲੋੜ ਪੈਣ ਤੇ ਬੈਂਕ ਤੋਂ ਆਪਾਂ ਆਪਣੇ ਪੈਸੇ ਨਿਕਲਵਾ ਸਕਦੇ ਹਾਂ। ਬੈਂਕ ਦੀਆਂ ਸਰਵਿਸਿਜ਼ ਜਿਸ ਤਰ੍ਹਾਂ ਕਿ ਚੈਕਸ, ਡਿਮਾਂਡ ਡਰਾਫਟਸ, ATMs, ਇੰਟਰਨੈਟ ਬੈਂਕਿੰਗ ਆਪਾਂ ਯੂਜ਼ ਕਰ ਸਕਦੇ ਹਾਂ। ਇਹ ਹੈ ਬੈਂਕ। ਲੋੜ ਪੈਣ ਤੇ ਆਪਾਂ ਬੈਂਕ ਤੋਂ ਕਰਜ਼ਾ ਲੈ ਸਕਦੇ ਹਾਂ ਔਰ ਟਾਈਮ ਸਿਰ ਆਪਣਾ ਕਰਜ਼ਾ ਵਾਪਸ ਕਰ ਸਕਦੇ ਹਾਂ। ਸੋ ਬੈਂਕ ਇੱਕ ਤਰ੍ਹਾਂ ਦਾ ਫਾਈਨੈਂਸ਼ੀਅਲ ਇੰਸਟੀਟਿਊਟ ਹੈ ਜੋ ਆਪਣੇ ਤੋਂ ਪੈਸੇ ਅਸੈਪਟ ਵੀ ਕਰਦਾ ਹੈ ਔਰ ਲੋੜ ਪੈਣ ਤੇ ਆਪਾਂ ਨੂੰ ਪੈਸੇ ਲੈਂਡ ਵੀ ਕਰਦਾ ਹੈ। तो अगर मैं एक्चुअल डेफिनेशन की गल करा तो बैंकिंग की जो एक्चुअल डेफिनेशन है वो बैंकिंग कंपनीज एक्ट 1949 ਦੇ ਵਿੱਚ ਲਿਖੀ ਹੋਈ ਹੈ। ਕੰਪਨੀਜ਼ ਐਕਟ 1949 ਦੇ ਅਕੋਰਡਿੰਗ बैंकिंग ਦੀ ਜੋ डेफिनेशन है that is banking is defined as accepting for the purpose of lending, यानी कि किसी पर्पस वास्ते, लैंडिंग ਦੇ पर्पस वास्ते पैसे लेना ਜਾਂ इन्वेस्टमेंट करना मनी ਦੀ, ਪਬਲਿਕ ਤੋਂ ਇਨਵੈਸਟਮੈਂਟ ਕਰਵਾਉਣਾ ਔਰ ਉਹਨਾਂ ਨੂੰ ਡਿਮਾਂਡ, ਜਦੋਂ ਉਹਨਾਂ ਦੀ ਡਿਮਾਂਡ ਹੋਏਗੀ ਉਹਨਾਂ ਨੂੰ ਪੇਮੈਂਟ ਵਾਪਸ ਕਰਨਾ। ਸੋ ਦਿਸ ਇਜ਼ ਦਾ ਡੈਫੀਨੇਸ਼ਨ ਆਫ ਬੈਂਕਿੰਗ। ਔਰ ਅਗਰ ਮੈਂ ਸਰਲ ਭਾਸ਼ਾ ਚ, ਈਜ਼ੀ ਲੈਂਗੁਏਜ ਚ ਦੱਸਾਂ ਤਾਂ ਬੈਂਕ ਇੱਕ ਫਾਈਨੈਂਸ਼ੀਅਲ ਇੰਸਟੀਟਿਊਸ਼ਨ ਹੈ ਜੋ ਕਿ ਆਪਣੇ ਤੋਂ ਪੈਸੇ ਅਸੈਪਟ ਕਰਦਾ ਹੈ ਪਬਲਿਕ ਤੋਂ ਔਰ ਲੋੜ ਪੈਣ ਤੇ ਪੈਸੇ ਦੇ ਵੀ ਦਿੰਦਾ ਹੈ। ਸੋ ਬੈਂਕ ਇੱਕ ਤਰ੍ਹਾਂ ਦਾ ਮੀਡੀਏਟਰ ਹੈ ਜੋ ਕਿ ਗਿਵਰ ਔਰ ਟੇਕਰ ਦੇ ਵਿਚਾਲੇ ਆਪਣਾ ਰੋਲ ਪਲੇ ਕਰਦਾ ਹੈ। ਸੋ ਬੈਂਕ ਬਾਰੇ ਤੁਹਾਨੂੰ ਪਤਾ ਚੱਲ ਗਿਆ ਕਿ ਬੈਂਕ ਕੀ ਹੁੰਦਾ ਹੈ। ਨਾਓ ਆਪਾਂ ਬੈਂਕ ਦੀ ਹਿਸਟਰੀ ਬਾਰੇ ਜਾਣਾਂਗੇ। ਬੈਂਕ ਕਦੋਂ ਸਟਾਰਟ ਹੋਏ, ਕਿਵੇਂ ਸਟਾਰਟ ਹੋਏ, ਬੈਂਕਾਂ ਦਾ ਬੈਕਗ੍ਰਾਉਂਡ ਕੀ ਸੀ। ਸੋ ਫਰੈਂਡਸ, देयर वर 3 ਸਟੇजेस ਆਫ ਬੈਂਕਿੰਗ ਇੰਡਸਟਰੀ। ਬੈਂਕਿੰਗ ਦੀ ਇੰਡਸਟਰੀ ਦੀ ਜੋ ਹਿਸਟਰੀ ਹੈ, ਇਤਿਹਾਸ ਹੈ, ਉਸ ਦੇ ਵਿੱਚ ਆਪਾਂ ਨੇ 3 ਸਟੇजेस ਜਿਸ ਨੂੰ ਵੰਡਿਆ ਹੋਇਆ। ਪ੍ਰੀ ਇੰਡੀਪੈਂਡੈਂਸ ਸਟੇਜ, यानी कि अपने देश की आज़ादी तो पहला दे समय की बैंकिंग, यानी कि बिफोर 1947। एंड सेकंड इज फेज 2। फेज 2 यानी कि 1947 तो लेके 1991 तक। इस फेज ਨੂੰ ਆਪਾਂ ਨੈਸ਼ਨਲਾਈਜੇਸ਼ਨ ਫੇਸ ਵੀ ਬੋਲਦੇ ਹਾਂ, ਕਿਉਂਕਿ ਇਸ ਟਾਈਮ ਪੀਰੀਅਡ ਦੇ ਅਕੋਰਡਿੰਗ ਦੇਖਿਆ ਜਾਵੇ ਤਾਂ ਇਸ ਦੇ ਵਿੱਚ ਬੈਂਕਾਂ ਦਾ ਰਾਸ਼ਟਰੀਕਰਨ ਕੀਤਾ ਗਿਆ ਸੀ, यानी कि प्राइवेट तो सरकारी बना दिते गए सीगे काफी सारे बैंक। थर्ड फेज जिसनों ਆਪਾਂ मॉडर्न बैंकिंग फेज के नाम तो भी जानते हैं, मॉडर्न बैंकिंग, यानी कि 1991 तो लेके हुण तक जो बैंकिंग है उस दे विच जो भी बदलाव हुए ने इस पीरियड ਨੂੰ ਆਪਾਂ मॉडर्न बैंकिंग फेज के नाम तो जानते हैं। सो ਆਪਾਂ एक एक करके प्री इंडिपेंडेंस स्टेज, फेज 2 यानी कि नैशनलाइजेशन फेज एंड फेज 3 यानी कि मॉडर्न बैंकिंग फेज कला कला डिटेल दे विच पढ़ांगे। सो पहला स्टार्ट करन लगे जी प्री इंडिपेंडेंस स्टेज। प्री इंडिपेंडेंस स्टेज दे विच सब तो पहली इंपॉर्टेंट पॉइंट की है जी बैंक ऑफ हिंदुस्तान। बैंक ऑफ हिंदुस्तान जो है वो कलकत्ता दे विच चलाया गया सी। इस नूं भारत दा सब तो पहला बैंक कहा जाता है, द फर्स्ट बैंक इन इंडिया। इंडिया दे विच शुरू होने वाला सब तो पहला बैंक बैंक ऑफ हिंदुस्तान सी, जो कि कोलकाता दे विच चलाया गया सी। 1770 ਦੇ ਵਿੱਚ ਇਸ ਨੂੰ ਸਟਾਰਟ ਕੀਤਾ ਗਿਆ ਐਂਡ 1832 ਤੱਕ ਇਸਨੇ ਆਪਣੀਆਂ ਸੇਵਾਵਾਂ ਦਿੱਤੀਆਂ। ਸਨ 1832 ਦੇ ਵਿੱਚ ਇਸ ਨੂੰ ਬੰਦ ਕਰ ਦਿੱਤਾ ਗਿਆ ਸੀ। ਹੋਰ ਵੀ ਬਹੁਤ ਸਾਰੇ ਬੈਂਕ ਦੇਖੋ ਇਸ ਪੀਰੀਅਡ ਦੇ ਵਿੱਚ ਸਟਾਰਟ ਹੋਏ ਨੇ, ਕੁਝ ਸਕਸੈਸਫੁਲ ਰਹੇ, ਕੁਝ
अनसक्सैसफुल रहे। जनरल बैंक ऑफ इंडिया की गल कर रहे हैं जी। जनरल बैंक ऑफ इंडिया 1786 ਦੇ ਵਿੱਚ ਸਟਾਰਟ ਕੀਤਾ ਗਿਆ ਸੀ ਐਂਡ 1791 ਦੇ ਵਿੱਚ ਇਸ ਨੂੰ ਬੰਦ ਕਰ ਦਿੱਤਾ ਗਿਆ ਸੀ। ਜਿਹੜੇ ਇਹ ਬੈਂਕ ਸੀਗੇ, ਬੈਂਕ ਆਫ ਹਿੰਦੁਸਤਾਨ ਐਂਡ ਜਨਰਲ ਬੈਂਕ ਆਫ ਇੰਡੀਆ, ਇਹ ਸ਼ਾਹੂਕਾਰੀਤਾ ਸਿਸਟਮ ਦੇ ਅਕੋਰਡਿੰਗ ਚੱਲਦੇ ਸੀ। ਨਾਓ ਵਾਟ ਡੂ ਯੂ ਮੀਨ ਬਾय द टर्म ਸ਼ਾਹੂਕਾਰੀਤਾ ਸਿਸਟਮ? ਸ਼ਾਹੂਕਾਰੀਤਾ ਸਿਸਟਮ ਕੀ ਹੈ ਜੀ? ਇਹ ਸਿਰਫ ਬੈਂਕ ਪੈਸੇ ਉਧਾਰ ਲੋਕਾਂ ਨੂੰ ਲੋਨ ਦੇ ਰੂਪ ਦੇ ਵਿੱਚ ਦਿੰਦੇ ਸੀ। ਇਹ ਮਨੀ ਲੋਕਾਂ ਤੋਂ ਡਿਪੋਜ਼ਿਟ ਨਹੀਂ ਕਰਵਾਉਂਦੇ ਸੀ, ਯਾਨੀ ਕਿ ਸੇਵਿੰਗ ਅਕਾਊਂਟ ਜਾਂ ਕਰੰਟ ਅਕਾਊਂਟ ਨਹੀਂ ਹੁੰਦੇ ਸੀਗੇ, ਸਿਰਫ ਔਰ ਸਿਰਫ ਇਹ ਲੋਨ ਪ੍ਰੋਵਾਈਡ ਕਰਦੇ ਸੀ। ਉਸ ਤੋਂ ਬਾਅਦ ਅਵਧ ਬੈਂਕ ਸਟਾਰਟ ਹੋਇਆ। ਔਧ ਬੈਂਕ ਜਾਂ ਅਵਧ ਕਮਰਸ਼ੀਅਲ ਬੈਂਕ, ਜਿਹੜਾ ਕਿ ਫਸਟ ਕਮਰਸ਼ੀਅਲ ਬੈਂਕ ਸੀ ਇੰਡੀਆ ਦਾ, 1881 ਚ ਸਟਾਰਟ ਹੋਇਆ। 1958 ਤੱਕ ਇਸਨੇ ਆਪਣੀਆਂ ਸੇਵਾਵਾਂ ਦਿੱਤੀਆਂ। यूपी ਦੇ फैजाबाद ਦੇ ਵਿੱਚ फर्स्ट कमर्शियल बैंक ऑफ इंडिया अवध बैंक ਜਾਂ ਔਧ बैंक स्टार्ट ਕੀਤਾ ਗਿਆ। नाउ व्हाट डू यू मीन बाय द टर्म कमर्शियल बैंक? ਹੁਣ ਆਪਾਂ ਦੇਖਾਂਗੇ ਇੱਥੇ ਕਿ ਕਮਰਸ਼ੀਅਲ ਬੈਂਕ ਕੀ ਹੁੰਦਾ ਹੈ। ਕਮਰਸ਼ੀਅਲ ਬੈਂਕ ਉਹ ਬੈਂਕ ਹੁੰਦਾ ਹੈ ਜੋ ਆਪਣੇ ਤੋਂ ਪੈਸੇ ਡਿਪੋਜ਼ਿਟ ਦੇ ਰੂਪ ਦੇ ਵਿੱਚ ਵੀ ਲਵੇ ਔਰ ਲੋਡ ਪੈਣ ਤੇ ਲੋਨ ਦੇ ਰੂਪ ਦੇ ਵਿੱਚ ਦਵੇ, ਯਾਨੀ ਕਿ ਡਿਪੋਜ਼ਿਟ ਵੀ ਐਕਸੈप्ट करे और लोन भी प्रोवाइड करे। सो कमर्शियल बैंक से स्टार्ट हुए। सब तो पहला कमर्शियल बैंक स्टार्ट होया अवध कमर्शियल बैंक। प्री इंडिपेंडेंस स्टेज ਦੇ ਵਿੱਚ ਹੋਰ ਵੀ ਬਹੁਤ ਸਾਰੇ ਬੈਂਕ ਓਪਨ ਹੋਏ ਨੇ। ਤਕਰੀਬਨ 600 ਜਾਂ 600 ਤੋਂ ਵੀ ਜ਼ਿਆਦਾ, ਮੋਰ ਦੈਨ 600 ਬੈਂਕਸ ਸਟਾਰਟ ਕੀਤੇ ਗਏ। ਬਹੁਤ ਸਾਰੇ ਬੈਂਕਸ ਅੱਜ ਬੰਦ ਹੋ ਚੁੱਕੇ ਨੇ, ਲੇਕਿਨ ਇਸ ਦੇ ਵਿੱਚ ਸਭ ਤੋਂ ਇੰਪੋਰਟੈਂਟ ਪੁਆਇੰਟ ਆਪਾਂ ਸਿੱਖਣ ਲੱਗੇ ਹਾਂ 3 ਪ੍ਰੈਜ਼ੀਡੈਂਸੀ ਬੈਂਕਸ। यानी कि प्रेजिडेंसी बैंक्स की गल की जाए, बैंक ऑफ बंगाल जिहड़ा कि 1806 ਦੇ ਵਿੱਚ स्टार्ट किया गया, फिर बैंक ऑफ बॉम्बे जो कि 1840 ਵਿੱਚ स्टार्ट किया गया, एंड बैंक ऑफ मद्रास जो 1843 1843 ਦੇ ਵਿੱਚ स्टार्ट किया गया। ये बैंक 3 बैंक ने प्रेजिडेंसी बैंक्स। बैंक ऑफ बंगाल जो बंगाल च शुरू किया होया, बैंक ऑफ बॉम्बे जो बॉम्बे च स्टार्ट किया गया, एंड बैंक ऑफ मद्रास जो मद्रास च स्टार्ट किया गया। इन्हां तिन्नां बैंकां नूं बाद दे विच मर्ज कर दिता गया और मर्ज करन तो बाद एक बैंक बना दिता गया, इंपीरियल बैंक ऑफ इंडिया। इंपीरियल बैंक ऑफ इंडिया 1921 दे विच इन्हां नूं मर्ज करके इंपीरियल बैंक ऑफ इंडिया बना दिता गया। लेटर ऑन 1955 दे विच इसी इंपीरियल बैंक का नाम चेंज करके स्टेट बैंक ऑफ इंडिया रख दिता गया। इस समय जो स्टेट बैंक ऑफ इंडिया है वो इंडिया का सब तो लार्जेस्ट अते सब तो ओल्डेस्ट बैंक है। स्टेट बैंक ऑफ इंडिया अगर क्वेश्चन एग्जाम दे विच पूछा जाता है कि कदों बनिया, तो तुसी आंसर 1955 ही लगा के आना है। अगर तुहानू पूछा जाता है स्टेट बैंक ऑफ इंडिया का पुराना नाम की सी, तां तुसी इंपीरियल बैंक ऑफ इंडिया नू मार्क करना है। सो प्री इंडिपेंडेंस स्टेज दे विच बैंक ऑफ हिंदुस्तान ओपन होया, बंद हो गया। जनरल बैंक ऑफ इंडिया ओपन होया, ये भी बंद हो गया। अवध कमर्शियल बैंक ओपन होया जो 1958 दे विच ये भी बंद हो गया। इस तो इलावा 3 प्रेजिडेंसी बैंक, बैंक ऑफ बंगाल, बैंक ऑफ बॉम्बे, बैंक ऑफ मद्रास ओपन होए। बाद दे विच इन्हां दी कोलैबोरेशन करके मर्ज करके इंपीरियल बैंक ऑफ इंडिया बना दिता गया 1921 दे विच, जिस दा बाद दे विच नाम चेंज करके 1955 दे विच स्टेट बैंक ऑफ इंडिया रख दिता गया। फ्रेंड्स, कुछ होर भी बहुत सारे सक्सैसफुल बैंक सीगे जो इस फेस दे विच आपां नूं देखण नूं मिले, जिन्हां दे विचों कुछ बैंकां दे नाम इत्थे तुहाडे सामने डिस्प्ले कीते गए ने। 1865 दे विच 1865 दे विच बैंक स्टार्ट किया गया सी इलाहाबाद बैंक। फ्रेंड्स, इलाहाबाद बैंक 1865 च स्टार्ट किया गया सी, लेकिन 2019 दे विच इस बैंक नूं इंडियन बैंक दे नाल मर्ज कर दिता गया सीगा। 1894 या 95 दे विच पंजाब नैशनल बैंक दा नींह पत्थर रखा गया सी। पंजाब नैशनल बैंक 1894 च स्टार्ट किया गया। लाला लाजपत राय जी दोबारा इसनूं स्टार्ट करवाया गया सी। पहला यह देश की वंड तो पहला लाहौर दे विच स्टार्ट किया गया सी। इस दे हैडक्वार्टर्स लाहौर दे विच हुंदे सी, बट लेटर ऑन पंजाब नैशनल बैंक दे जिहड़े हैडक्वार्टर्स ने आफ्टर इंडिपेंडेंस न्यू दिल्ली दे विच शिफ्ट कर दिते गए। 1906 दे विच बैंक ऑफ इंडिया स्टार्ट होया। 1908 दे विच बैंक ऑफ बड़ौदा स्टार्ट होया।
एंड 1911 ਦੇ ਵਿੱਚ ਸੈਂਟਰਲ ਬੈਂਕ ਆਫ ਇੰਡੀਆ ਸਟਾਰਟ ਹੋਇਆ। ਇਹ ਬੈਂਕ ਇੰਪੋਰਟੈਂਟ ਨੇ, ਸਕਸੈਸਫੁਲ ਨੇ, ਜਿਨ੍ਹਾਂ ਨੂੰ ਆਪਾਂ ਅੱਜ ਵੀ ਦੇਖਦੇ ਹਾਂ, ਇਹਨਾਂ ਦੇ ਵਿੱਚ ਅੱਜ ਵੀ ਵਰਕਿੰਗ ਹੋ ਰਹੀ ਹੈ। ਸੋ ਫਰੈਂਡਸ, ਇਹ ਸੀ ਆਪਣੀ ਫਸਟ ਸਟੇਜ, ਪ੍ਰੀ ਇੰਡੀਪੈਂਡੈਂਸ ਸਟੇਜ। ਨਾਓ ਆਪਾਂ ਸਟਾਰਟ ਕਰਨ ਲੱਗੇ ਹਾਂ ਜੀ ਸੈਕਿੰਡ ਸਪੇਸ, ਯਾਨੀ ਕਿ 1947 ਤੋਂ ਲੈ ਕੇ 1991 ਤੱਕ ਜੋ ਬੈਂਕਿੰਗ ਇੰਡਸਟਰੀ ਸੀ ਉਸ ਦੀ ਕਿਸ ਤਰ੍ਹਾਂ ਗਰੋਥ ਹੋਈ ਹੈ, ਕੀ ਨਵੇਂ ਚੇਂजेस ਆਏ ਨੇ, ਉਹ ਆਪਾਂ ਸੈਕਿੰਡ ਫੇਸ ਦੇ ਵਿੱਚ ਸਿੱਖਾਂਗੇ। ਸੋ ਸੈਕਿੰਡ ਫੇਸ ਸਟਾਰਟ ਕਰਨ ਲੱਗੇ ਹਾਂ, ਇਸ ਨੂੰ ਆਪਾਂ ਨੈਸ਼ਨਲਾਈਜੇਸ਼ਨ ਫੇਸ ਵੀ ਬੋਲਦੇ ਹਾਂ। ਵਾਈ ਨੈਸ਼ਨਲਾਈਜੇਸ਼ਨ ਫੇਸ? ਨੈਸ਼ਨਲਾਈਜੇਸ਼ਨ ਦਾ ਮਤਲਬ ਹੈ ਰਾਸ਼ਟਰੀयकरण, ਯਾਨੀ ਕਿ ਕਿਸੇ ਵੀ ਪ੍ਰਾਈਵੇਟ ਐਂਟੀਟੀ ਨੂੰ ਜਦੋਂ ਆਪਾਂ ਗਵਰਨਮੈਂਟ ਐਂਟੀਟੀ ਦੇ ਵਿੱਚ ਕਨਵਰਟ ਕਰਦੇ ਹਾਂ, ਇਸ ਨੂੰ ਆਪਾਂ ਨੈਸ਼ਨਲਾਈਜੇਸ਼ਨ ਬੋਲਦੇ ਹਾਂ। ਨੈਸ਼ਨਲਾਈਜੇਸ਼ਨ ਕਰਨ ਤੋਂ ਪਹਿਲਾਂ, ਬੈਂਕਾਂ ਨੂੰ ਨੈਸ਼ਨਲਾਈਜੇਸ਼ਨ ਕਰਨ ਤੋਂ ਪਹਿਲਾਂ ਇੱਕ ਅਪੈਕਸ ਬਾਡੀ ਬਣਾਈ ਗਈ, RBI, ਰਿਜ਼ਰਵ ਬੈਂਕ ਆਫ ਇੰਡੀਆ। ਰਿਜ਼ਰਵ ਬੈਂਕ ਆਫ ਇੰਡੀਆ 1 ਅਪ੍ਰੈਲ 1935 ਨੂੰ ਸਟਾਰਟ ਕੀਤੀ ਗਈ। ਰਿਜ਼ਰਵ ਬੈਂਕ ਆਫ ਇੰਡੀਆ ਦਾ ਪਹਿਲਾਂ ਇੱਕ ਐਕਟ ਪਾਸ ਹੋਇਆ ਜਿਸ ਨੂੰ RBI ਐਕਟ 1934 ਦੇ ਨਾਮ ਤੇ ਆਪਾਂ ਜਾਣਦੇ ਹਾਂ। 1934 ਦੇ ਵਿੱਚ RBI ਐਕਟ ਪਾਸ ਹੋਣ ਤੋਂ ਬਾਅਦ ਅਗਲੇ ਹੀ ਸਾਲ 1 ਅਪ੍ਰੈਲ 1935 ਦੇ ਵਿੱਚ RBI ਨੂੰ ਬਣਾ ਦਿੱਤਾ ਗਿਆ। ਜਦੋਂ RBI ਫਸਟ ਟਾਈਮ ਬਣਾਈ ਗਈ, ਉਸ ਸਮੇਂ RBI ਇੱਕ ਪ੍ਰਾਈਵੇਟ ਐਂਟੀਟੀ ਦੇ ਤੌਰ ਤੇ ਬਣਾਇਆ ਗਿਆ। ਇਸ ਨੂੰ ਬਣਾਉਣ ਵਾਸਤੇ ਜੋ ਰਿਕਮੈਂਡੇਸ਼ਨ ਸੀਗੀ ਉਹ ਹਿਲਟਨ ਯੰਗ ਕਮਿਸ਼ਨ ਨੇ ਦਿੱਤੀ ਸੀ। ਹਿਲਟਨ ਯੰਗ ਕਮਿਸ਼ਨ 1926 ਦੇ ਵਿੱਚ ਬਣਾਇਆ ਗਿਆ ਸੀ ਤਾਂ ਕਿ ਇੰਡੀਆ ਦੇ ਵਿੱਚ ਜੋ ਬੈਂਕਿੰਗ ਇੰਡਸਟਰੀ ਹੈ ਉਸ ਨੂੰ ਦੇਖਣ, ਉਸ ਨੂੰ ਸਮਝਣ, ਉਸ ਦੇ ਵਿੱਚ ਚੇਂजेस ਬਦਲਾਵ ਕਰਨ। ਹਿਲਟਨ ਯੰਗ ਕਮਿਸ਼ਨ ਨੇ ਆਪਣੀ ਰਿਕਮੈਂਡੇਸ਼ਨ ਦਿੱਤੀ। 1934 ਦੇ ਵਿੱਚ ਐਕਟ ਪਾਸ ਹੋਇਆ, 1935 ਦੇ ਵਿੱਚ RBI ਬਣ ਗਿਆ। ਹੁਣ RBI ਇਸ ਸਮੇਂ ਪ੍ਰਾਈਵੇਟ ਐਂਟੀਟੀ ਹੈ। ਸਨ 1949 ਦੇ ਵਿੱਚ 1 ਜਨਵਰੀ 1949 ਨੂੰ RBI ਨੂੰ ਪ੍ਰਾਈਵੇਟ ਐਂਟੀਟੀ ਤੋਂ ਗਵਰਨਮੈਂਟ ਐਂਟੀਟੀ ਦੇ ਵਿੱਚ ਕਨਵਰਟ ਕੀਤਾ ਗਿਆ, ਯਾਨੀ ਕਿ ਇਸ ਦੀ ਨੈਸ਼ਨਲਾਈਜੇਸ਼ਨ ਕੀਤੀ ਗਈ। ਸੋ RBI ਵਾਸ ਨੈਸ਼ਨਲਾਈਜ਼ਡ ਔਨ 1 ਜਨਵਰੀ 1949। 1 ਜਨਵਰੀ 1949 ਨੂੰ RBI ਨੈਸ਼ਨਲਾਈਜ਼ਡ ਹੋ ਗਿਆ। ਇਸ ਤੋਂ ਇਲਾਵਾ 20 ਸਾਲ ਬਾਅਦ 14 ਕਮਰਸ਼ੀਅਲ ਬੈਂਕਸ ਯਾਨੀ ਕਿ ਜੋ ਪੈਸੇ ਡਿਪੋਜ਼ਿਟ ਦੇ ਰੂਪ ਚ ਵੀ ਲੈਂਦੇ ਨੇ ਔਰ ਲੋਨ ਵੀ ਗ੍ਰਾਂਟ ਕਰਦੇ ਹਨ, 14 ਬੈਂਕਾਂ ਨੂੰ ਰਾਸ਼ਟਰੀयकरण ਕੀਤਾ ਗਿਆ, ਯਾਨੀ ਕਿ ਨੈਸ਼ਨਲਾਈਜ਼ ਕੀਤਾ ਗਿਆ। 19th of July 1969, 19 ਜੁਲਾਈ 1969 ਨੂੰ 14 ਬੈਂਕਾਂ ਨੂੰ ਨੈਸ਼ਨਲਾਈਜ਼ ਕੀਤਾ ਗਿਆ। ਉਹ ਬੈਂਕ ਜਿਨ੍ਹਾਂ ਦੀ ਐਨੂਅਲ ਟਰਨਓਵਰ 50 ਕਰੋੜ ਤੋਂ ਜ਼ਿਆਦਾ ਸੀ, ਯਾਨੀ ਕਿ ਜਿਨ੍ਹਾਂ ਬੈਂਕਾਂ ਦੇ ਵਿੱਚ ਇੱਕ ਸਾਲ ਦੇ ਵਿੱਚ 50 ਕਰੋੜ ਤੋਂ ਵੱਧ ਲੈਣ ਦੇਣ ਹੁੰਦਾ ਸੀ, ਉਹਨਾਂ ਬੈਂਕਾਂ ਨੂੰ ਨੈਸ਼ਨਲਾਈਜ਼ ਕੀਤਾ ਗਿਆ। ਉਸ ਸਮੇਂ ਆਪਣੇ ਦੇਸ਼ ਦੀ ਜੋ ਪ੍ਰਧਾਨ ਮੰਤਰੀ ਸੀ that was Indira Gandhi. Indira Gandhi was the Prime Minister of India at that time. So second phase ਦੇ ਵਿੱਚ ਜਿਹੜੇ 14 ਬੈਂਕ ਨੇ ਜਿਨ੍ਹਾਂ ਨੂੰ ਨੈਸ਼ਨਲਾਈਜ਼ ਕੀਤਾ ਗਿਆ 1969 ਦੇ ਵਿੱਚ, ਉਹਨਾਂ ਦੇ ਨਾਮ ਸੀ ਅਲਾਹਾਬਾਦ ਬੈਂਕ, ਬੈਂਕ ਆਫ ਬੜੌਦਾ, ਬੈਂਕ ਆਫ ਇੰਡੀਆ, ਬੈਂਕ ਆਫ ਮਹਾਰਾਸ਼ਟਰ, ਸੈਂਟਰਲ ਬੈਂਕ ਆਫ ਇੰਡੀਆ, ਕੈਨਰਾ ਬੈਂਕ, ਦੇਨਾ ਬੈਂਕ, ਇੰਡੀਅਨ ਬੈਂਕ, ਇੰਡੀਅਨ ਓਵਰਸੀਜ਼ ਬੈਂਕ, पंजाब नेशनल बैंक, सिंडिकेट बैंक, यूको बैंक, यूनियन बैंक ऑफ इंडिया एंड लास्ट यूनाइटेड बैंक ऑफ इंडिया। ये 14 बैंक सी जिहड़े पहला प्राइवेट हुंदे सी, जिन्हां नूं 1969 दे विच गवर्नमेंट सैक्टर दे विच पा दिता गया, यानी कि इन्हां नूं नैशनलाइज्ड कर दिता गया। इन्हां 14 बैंकां तो इलावा होर भी 6 बैंकां नूं नैशनलाइज किया गया। 6 more commercial banks were nationalized, लेकिन ये जिहड़े ने 1980 ਦੇ ਵਿੱਚ ਨੈਸ਼ਨਲਾਈਜ਼ ਕੀਤੇ ਗਏ ਨੇ। ਸਨ 1980 ਦੇ ਵਿੱਚ 6 ਹੋਰ ਬੈਂਕਾਂ ਨੂੰ ਨੈਸ਼ਨਲਾਈਜੇਸ਼ਨ ਕੀਤਾ ਗਿਆ। ਇਹ ਕਿਹੜੇ ਬੈਂਕ ਸੀ? ਆਂਧਰਾ ਬੈਂਕ, ਕਾਰਪੋਰੇਸ਼ਨ ਬੈਂਕ, ਨਿਊ ਬੈਂਕ ਆਫ ਇੰਡੀਆ, ओरिएंटल बैंक ऑफ कॉमर्स, पंजाब एंड सिंध बैंक एंड विजया बैंक। ਇਹ 6 ਬੈਂਕਾਂ ਨੂੰ ਫਿਰ 1980 ਦੇ ਵਿੱਚ ਨੈਸ਼ਨਲਾਈਜ਼ ਕੀਤਾ ਗਿਆ। ਸਟੂਡੈਂਟਸ, ਇੱਥੇ ਇੱਕ ਚੀਜ਼ ਇੰਪੋਰਟੈਂਟ ਹੈ, ਜਿਹੜਾ ਇਹਨਾਂ ਦੇ ਵਿੱਚ ਨਿਊ ਬੈਂਕ ਆਫ ਇੰਡੀਆ ਹੈ, ਨਿਊ ਬੈਂਕ ਆਫ ਇੰਡੀਆ ਨੂੰ ਬਾਅਦ ਦੇ ਵਿੱਚ ਮਰਜ ਕਰ ਦਿੱਤਾ ਗਿਆ ਸੀਗਾ ਪੰਜਾਬ ਨੈਸ਼ਨਲ ਬੈਂਕ ਦੇ ਵਿੱਚ। ਇਹ ਥਰਡ ਫੇਸ 'ਚ ਜਾ ਕੇ ਹੋਇਆ। ਥਰਡ ਫੇਸ ਦੇ ਵਿੱਚ ਜਦੋਂ ਆਪਾਂ ਜਾਵਾਂਗੇ
ਤਾਂ ਉੱਥੇ ਕੀ ਹੋਇਆ 1993 ਦੇ ਵਿੱਚ ਜੋ ਨਿਊ ਬੈਂਕ ਆਫ ਇੰਡੀਆ ਸੀ ਇਸ ਨੂੰ ਪੰਜਾਬ ਨੈਸ਼ਨਲ ਬੈਂਕ ਦੇ ਨਾਲ ਹੀ ਮਰਜ ਕਰ ਦਿੱਤਾ ਗਿਆ। ਤਾਂ ਆਪਾਂ ਇੱਥੇ ਕਹਿ ਸਕਦੇ ਹਾਂ ਕਿ ਹੁਣ ਆਪਣੇ ਕੋਲੇ ਨੈਸ਼ਨਲਾਈਜੇਸ਼ਨ ਦੇ ਜਿਹੜੇ ਬੈਂਕ ਸੀਗੇ, ਸਰਕਾਰੀ ਬੈਂਕ ਸੀਗੇ, ਕਿੰਨੇ ਰਹਿ ਗਏ? 19 ਰਹਿ ਗਏ। ਪਹਿਲਾਂ 40 ਨੈਸ਼ਨਲਾਈਜ਼ ਹੋਏ, ਫਿਰ 6 ਹੋਏ, 6 ਦੇ ਵਿੱਚੋਂ ਇੱਕ ਬੈਂਕ ਨੂੰ ਮਰਜ ਕਰ ਦਿੱਤਾ ਗਿਆ ਐਂਡ ਨਾਓ ਓਨਲੀ 19 ਬੈਂਕਸ ਨੈਸ਼ਨਲਾਈਜ਼ਡ ਬੈਂਕਸ ਜਿਹੜੇ ਨੇ ਉਹ ਬਾਕੀ ਆਪਣੇ ਕੋਲੇ ਰਹਿ ਗਏ ਸੀ। ਇਸੇ ਫੇਸ ਦੇ ਵਿੱਚ ਸ਼ਹਿਰਾਂ ਦੇ ਨਾਲ ਪਿੰਡਾਂ ਦੇ ਵਿੱਚ ਵੀ, ਯਾਨੀ ਕਿ ਰੂਰਲ ਏਰੀਆਜ਼ ਦੇ ਵਿੱਚ ਵੀ ਬੈਂਕਾਂ ਦੀਆਂ ਸੇਵਾਵਾਂ ਨੂੰ ਪਹੁੰਚਾਉਣ ਵਾਸਤੇ ਇੱਕ ਨਰਸਿਮਹਾ ਕਮੇਟੀ ਨੇ ਰਿਕਮੈਂਡੇਸ਼ਨ ਦਿੱਤੀ ਕਿ ਆਪਣੇ ਦੇਸ਼ ਦੇ ਵਿੱਚ ਰੀਜਨਲ ਰੂਰਲ ਬੈਂਕਸ ਹੋਣੇ ਚਾਹੀਦੇ ਨੇ। ਰੂਰਲ ਬੈਂਕਸ ਯਾਨੀ ਕਿ ਪਿੰਡਾਂ ਵਾਸਤੇ ਵੀ ਬੈਂਕ ਹੋਣੇ ਚਾਹੀਦੇ ਨੇ। ਸੋ 2 ਅਕਤੂਬਰ 1975 ਨੂੰ ਰੀਜਨਲ ਰੂਰਲ ਬੈਂਕਸ ਬਣਾਏ ਗਏ, RRB, ਜਿਸ ਨੂੰ ਆਪਾਂ ਕਹਿੰਦੇ ਆ ਨਰਸਿਮਹਾ ਕਮੇਟੀ ਦੀ ਰਿਕਮੈਂਡੇਸ਼ਨ ਦੇ ਆਧਾਰ ਤੇ, ਨਰਸਿਮਹਾ ਕਮੇਟੀ ਦੀ ਰਿਕਮੈਂਡੇਸ਼ਨ ਦੇ ਆਧਾਰ ਤੇ ਰੀਜਨਲ ਰੂਰਲ ਬੈਂਕਸ ਨੇ ਜਿਹੜੇ ਉਹ ਤਿਆਰ ਕਰ ਦਿੱਤੇ ਗਏ। ਇਸ ਤੋਂ ਇਲਾਵਾ 1982 ਦੇ ਵਿੱਚ ਨਬਾਰਡ ਯਾਨੀ ਕਿ ਖੇਤੀਬਾੜੀ ਦਾ ਜੋ ਬੈਂਕ ਹੈ, ਨੈਸ਼ਨਲ ਬੈਂਕ ਫਾਰ ਐਗਰੀਕਲਚਰ ਐਂਡ ਰੂਰਲ ਡਿਵੈਲਪਮੈਂਟ, ਇਸ ਨੂੰ ਸਟਾਰਟ ਕੀਤਾ ਗਿਆ। ਐਗਜ਼ਿਮ ਬੈਂਕ, ਐਕਸਪੋਰਟ ਇੰਪੋਰਟ ਬੈਂਕ ਆਫ ਇੰਡੀਆ, ਤਾਂ ਕਿ ਦੇਸ਼ ਇੰਡੀਆ ਜਿਹੜਾ ਹੈ ਉਹ ਦੂਸਰੀ ਕੰਟਰੀਜ਼ 'ਚ ਐਕਸਪੋਰਟ ਕਰ ਸਕੇ ਔਰ ਦੂਸਰੀ ਕੰਟਰੀਜ਼ ਤੋਂ ਇੰਪੋਰਟ ਵੀ ਕਰ ਸਕੇ। ਉਸ ਦੀਆਂ ਜੋ ਟ੍ਰਾਂਜੈਕਸ਼ਨਸ ਨੂੰ ਹੈਂਡਲ ਕਰਨ ਵਾਸਤੇ ਐਗਜ਼ਿਮ ਬੈਂਕ ਸਟਾਰਟ ਕੀਤਾ ਗਿਆ 1982 ਦੇ ਵਿੱਚ। ਨੈਸ਼ਨਲ ਹਾਊਸਿੰਗ ਬੈਂਕ ਸਟਾਰਟ ਕੀਤਾ ਗਿਆ 1988 ਦੇ ਵਿੱਚ ਐਂਡ ਸਿਡਬੀ ਯਾਨੀ ਕਿ ਸਮਾਲ ਇੰਡਸਟਰੀਅਲ ਡਿਵੈਲਪਮੈਂਟ ਬੈਂਕ ਆਫ ਇੰਡੀਆ 1990 ਦੇ ਵਿੱਚ ਸਟਾਰਟ ਕਰ ਦਿੱਤਾ ਗਿਆ। ਸੋ ਇਹ ਇੰਪੋਰਟੈਂਟ ਪੁਆਇੰਟਸ ਨੇ ਜਿਹੜੇ ਕਿ ਨੈਸ਼ਨਲਾਈਜੇਸ਼ਨ ਹੋਈ ਹੈ ਬੈਂਕਾਂ ਦੀ ਸੈਕਿੰਡ ਫੇਜ਼ ਦੇ ਵਿੱਚ ਜਾ ਕੇ ਹੋਈ ਹੈ। ਇਸ ਤੋਂ ਇਲਾਵਾ ਹੁਣ ਆਪਾਂ ਥਰਡ ਫੇਜ਼ ਤੇ ਪਹੁੰਚ ਚੁੱਕੇ ਹਾਂ। ਥਰਡ ਫੇਜ਼ ਯਾਨੀ ਕਿ 1991 ਤੋਂ ਲੈ ਕੇ ਹੁਣ ਤੱਕ ਜੋ ਆਪਣੀ ਬੈਂਕਿੰਗ ਚੱਲ ਰਹੀ ਹੈ ਇਸ ਨੂੰ ਆਪਾਂ ਮਾਡਰਨ ਬੈਂਕਿੰਗ ਫੇਜ਼ ਬੋਲਦੇ ਹਾਂ। ਯਾਨੀ ਕਿ ਹੁਣ ਇਸ ਸਮੇਂ ਜੋ ਬੈਂਕਿੰਗ ਦੀਆਂ ਸੇਵਾਵਾਂ ਨੇ ਉਹ ਕਿੱਥੇ ਤੱਕ ਪਹੁੰਚ ਚੁੱਕੀਆਂ ਨੇ, ਬੈਂਕਿੰਗ ਨੇ ਕਿੰਨਾ ਏਰੀਆ ਜਿਹੜਾ ਅਕਵਾਇਰ ਕਰ ਲਿਆ ਹੈ, ਉਹ ਥਰਡ ਸਟੇਜ ਦੇ ਵਿੱਚ ਆ ਕੇ ਆਪਾਂ ਨੂੰ ਪਤਾ ਚੱਲੇਗਾ। ਦੇਖੋ ਜੀ 1991 ਤੱਕ ਨੈਸ਼ਨਲਾਈਜੇਸ਼ਨਸ ਹੋਣ ਤੋਂ ਬਾਵਜੂਦ ਵੀ 40% ਲੋਕ ਹੀ ਸਿਰਫ ਬੈਂਕਿੰਗ ਦੀਆਂ ਸੇਵਾਵਾਂ ਦੇ ਨਾਲ ਜੁੜ ਸਕੇ, ਲੇਕਿਨ 40% ਵਾਸ ਨਾਟ ਇਨਫ, 40% ਇੰਨਾ ਜ਼ਿਆਦਾ ਨਹੀਂ ਹੈ। ਸੋ ਬਾਕੀ ਦੇ ਲੋਕਾਂ ਨੂੰ 60% ਨੂੰ ਵੀ ਬੈਂਕਿੰਗ ਦੀਆਂ ਸੇਵਾਵਾਂ ਦੇ ਨਾਲ ਜੋੜਨ ਵਾਸਤੇ ਕੀ ਕੀਤਾ, ਪ੍ਰਾਈਵੇਟ ਸੈਕਟਰ ਨੂੰ ਪ੍ਰਮੋਟ ਕੀਤਾ ਗਿਆ, ਪ੍ਰਾਈਵੇਟ ਸੈਕਟਰ ਨੂੰ ਪ੍ਰਮੋਟ ਕੀਤਾ ਗਿਆ। ਸੋ ਉਸ ਸਮੇਂ 1991 ਦੇ ਵਿੱਚ ਨਰਸਿਮਹਾ ਕਮੇਟੀ ਦੀ ਰਿਕਮੈਂਡੇਸ਼ਨ ਦੇ ਆਧਾਰ ਤੇ ਪ੍ਰਾਈਵੇਟ ਬੈਂਕਸ ਨੂੰ ਖੋਲਣ ਦੀ ਇਜਾਜ਼ਤ ਦਿੱਤੀ ਗਈ। RBI ਨੇ ਪ੍ਰਾਈਵੇਟ ਬੈਂਕਸ ਨੂੰ ਲਾਇਸੈਂਸ ਦੇਣਾ ਸ਼ੁਰੂ ਕੀਤਾ। 1991 ਦੇ ਵਿੱਚ PV ਨਰਸਿਮਹਾ ਰਾਓ ਆਪਣੇ ਦੇਸ਼ ਦੇ ਪ੍ਰਧਾਨ ਮੰਤਰੀ ਸਨ ਐਂਡ ਉਸ ਸਮੇਂ ਆਪਣੇ ਦੇਸ਼ ਦੇ ਜੋ ਫਾਈਨਾਂਸ ਮਿਨਿਸਟਰ ਸਨ, ਵਿੱਤ ਮੰਤਰੀ, ਉਹ ਡਾਕਟਰ ਮਨਮੋਹਨ ਸਿੰਘ ਜੀ ਸਨ। ਇਹਨਾਂ ਨੇ ਮਿਲ ਕੇ ਇੱਕ ਨਵੀਂ ਪਾਲਿਸੀ ਚਲਾਈ ਜਿਸ ਨੂੰ ਆਪਾਂ ਬੋਲਦੇ ਹਾਂ LPG ਪਾਲਿਸੀ। ਇਹਨਾਂ ਨੇ ਮਿਲ ਕੇ LPG ਪਾਲਿਸੀ ਲਿਆਂਦੀ। Now what do you mean by the term LPG? ਪਹਿਲਾਂ ਆਪਾਂ ਨੂੰ LPG ਬਾਰੇ ਪਤਾ ਹੋਣਾ ਚਾਹੀਦਾ ਹੈ। LPG ਯਾਨੀ ਕਿ ਲਿਬਰਲਾਈਜੇਸ਼ਨ, ਪ੍ਰਾਈਵੇਟਾਈਜੇਸ਼ਨ ਐਂਡ ਗਲੋਬਲਾਈਜੇਸ਼ਨ। Now what do you mean by term liberalization? देखो जी 1991 ਤੋਂ ਪਹਿਲਾਂ ਜੋ ਬੈਂਕਿੰਗ ਦੇ ਰੂਲਸ ਐਂਡ ਰੈਗੂਲੇਸ਼ਨ ਸੀ ਉਹ ਕਾਫੀ ਸਟ੍ਰਿਕਟ ਹੋਇਆ ਕਰਦੇ ਸੀ। ਉਹਨਾਂ ਰੂਲਸ ਐਂਡ ਰੈਗੂਲੇਸ਼ਨ ਦੇ ਵਿੱਚ ਥੋੜੀ ਜਿਹੀ ਢਿੱਲ ਦਿੱਤੀ ਗਈ, ਲਿਬਰਲਾਈਜੇਸ਼ਨ ਕੀਤੀ ਗਈ। ਇਸ ਚੀਜ਼ ਨੂੰ ਆਪਾਂ ਲਿਬਰਲਾਈਜੇਸ਼ਨ ਬੋਲਦੇ ਹਾਂ। ਪ੍ਰਾਈਵੇਟਾਈਜੇਸ਼ਨ ਯਾਨੀ ਕਿ ਪ੍ਰਾਈਵੇਟ ਬੈਂਕਸ ਨੂੰ ਵੀ ਲਾਇਸੈਂਸ ਦਿੱਤੇ ਗਏ, ਪ੍ਰਾਈਵੇਟਾਈਜੇਸ਼ਨ ਕੀਤੀ ਗਈ ਐਂਡ ਗਲੋਬਲਾਈਜੇਸ਼ਨ, ਗਲੋਬਲਾਈਜੇਸ਼ਨ ਯਾਨੀ ਕਿ ਪੂਰੇ ਦੇ ਪੂਰੇ ਇੰਡੀਆ ਦੇ ਲੋਕਾਂ ਨੂੰ ਬੈਂਕਿੰਗ ਦੀਆਂ ਫੈਸਿਲਿਟੀਆਂ ਦੇ ਨਾਲ ਜੋੜਨ ਵਾਸਤੇ ਇਹ ਚੀਜ਼ਾਂ ਕੀਤੀਆਂ ਗਈਆਂ। ਸੋ ਇਸ ਚੀਜ਼ ਨੂੰ ਆਪਾਂ LPG ਪਾਲਿਸੀ ਬੋਲਦੇ ਹਾਂ, ਲਿਬਰਲਾਈਜੇਸ਼ਨ, ਪ੍ਰਾਈਵੇਟਾਈਜੇਸ਼ਨ ਐਂਡ ਗਲੋਬਲਾਈਜੇਸ਼ਨ। RBI ਨੇ 10 ਪ੍ਰਾਈਵੇਟ ਬੈਂਕਾਂ ਨੂੰ ਲਾਇਸੈਂਸ ਗ੍ਰਾਂਟ ਕਰਤੇ, ਜਿਸ ਦੇ ਵਿੱਚੋਂ ਕੁਝ ਬੰਦ ਹੋ ਗਏ ਨੇ ਔਰ ਕੁਝ ਹਲੇ ਵੀ ਸਰਵਾਈਵ ਕਰ ਰਹੇ ਨੇ। RBI gave license to 10 private banks, out of which a few survived, like ICICI Bank, HDFC, Axis Bank, IndusInd Bank,
DCB बैंक, ये बैंक ने जिहड़े हले भी चलते आ रहे और बहुत ही वधिया परफॉर्म कर रहे। इस तो इलावा 1998 ਦੇ ਵਿੱਚ RBI ਨੇ ਫਿਰ ਤੋਂ ਦੋ ਹੋਰ ਬੈਂਕਾਂ ਨੂੰ, ਪ੍ਰਾਈਵੇਟ ਬੈਂਕਾਂ ਨੂੰ ਲਾਇਸੈਂਸ ਪ੍ਰੋਵਾਈਡ ਕੀਤਾ। ਜਿਹੜੇ RBI ਨੇ 1998 ਦੇ ਵਿੱਚ ਲਾਇਸੈਂਸ ਪ੍ਰੋਵਾਈਡ ਕੀਤਾ ਹੈ ਬੈਂਕਾਂ ਨੂੰ, ਉਹਨੇ ਕੋਟਕ ਮਹਿੰਦਰਾ ਬੈਂਕ ਐਂਡ ਯੈਸ ਬੈਂਕ। ਕੋਟਕ ਮਹਿੰਦਰਾ ਬੈਂਕ ਅਤੇ ਯੈਸ ਬੈਂਕ ਨੂੰ 1998 ਦੇ ਵਿੱਚ RBI ਨੇ ਲਾਇਸੈਂਸ ਪ੍ਰੋਵਾਈਡ ਕਰਤਾ। ਸੋ ਇਹ ਹੈ ਮਾਡਰਨ ਬੈਂਕਿੰਗ ਦਾ ਫੇਸ। ਮਾਡਰਨ ਬੈਂਕਿੰਗ ਦੇ ਫੇਸ ਦੇ ਵਿੱਚ ਨੈਸ਼ਨਲਾਈਜੇਸ਼ਨ ਤੋਂ ਬਾਅਦ LPG पॉलिसी यानी कि लिबरलाइजेशन, प्राइवेटाइजेशन एंड ग्लोबलाइजेशन ਦੇ ਜ਼ਿਆਦਾ ਫੋਕਸ ਕੀਤਾ ਗਿਆ ਸੀ। ਸਟੂਡੈਂਟਸ, ਇਹ ਪੁਆਇੰਟਸ ਸਭ ਤੋਂ ਜ਼ਿਆਦਾ ਇੰਪੋਰਟੈਂਟ ਪੁਆਇੰਟਸ ਨੇ ਜਿਨ੍ਹਾਂ ਦੇ ਵਿੱਚੋਂ ਤੁਹਾਨੂੰ ਐਗਜ਼ਾਮ ਦੇ ਵਿੱਚ ਡੈਫੀਨਿਟਲੀ ਕੁਐਸਚਨਸ ਪੁੱਛੇ ਜਾਣਗੇ। ਸੋ ਇੱਕ ਇੱਕ ਕਰਕੇ ਆਪਾਂ ਇੰਪੋਰਟੈਂਟ ਪੁਆਇੰਟਸ ਨੂੰ ਕਵਰ ਅਪ ਕਰਾਂਗੇ। ਸਭ ਤੋਂ ਪਹਿਲਾ ਹੈ ਇਲਾਹਾਬਾਦ ਬੈਂਕ। इलाहाबाद बैंक जो है 1865 ਦੇ ਵਿੱਚ ਸਟਾਰਟ ਕੀਤਾ ਗਿਆ ਸੀ। ਇਹ ਇੰਡੀਆ ਦਾ ਸਭ ਤੋਂ 올ਡੈਸਟ ਵਰਕਿੰਗ ਬੈਂਕ, 올ਡੈਸਟ ਵਰਕਿੰਗ ਬੈਂਕ ਯਾਨੀ ਕਿ ਸਭ ਤੋਂ ਪੁਰਾਣਾ ਬੈਂਕ ਜੋ ਹਲੇ ਤੱਕ ਕੰਮ ਕਰਦਾ ਆ ਰਿਹਾ ਹੈ। ਇਸ ਦੀਆਂ ਬ੍ਰਾਂਚੇਸ ਆਲ ਓਵਰ ਇੰਡੀਆ ਦੇ ਵਿੱਚ ਹਨ। ਐਂਡ ਬਟ ਕੀ ਹੋਇਆ 2019 ਦੇ ਵਿੱਚ ਇਸ ਬੈਂਕ ਨੂੰ ਇੰਡੀਅਨ ਬੈਂਕ ਦੇ ਨਾਲ ਮਰਜ ਕਰ ਦਿੱਤਾ ਗਿਆ। ਇਸ ਤੋਂ ਬਾਅਦ ਜੋ SBI ਹੈ ਉਹ ਇੰਡੀਆ ਦਾ ਸਭ ਤੋਂ 올ਡੈਸਟ ਅਤੇ ਲਾਰਜੈਸਟ ਬੈਂਕ ਹੈ ਜਿਹੜਾ ਉਹ ਕੰਸੀਡਰ ਹੋਣ ਲੱਗ ਗਿਆ। 2019 ਤੋਂ ਪਹਿਲਾਂ ਇਲਾਹਾਬਾਦ ਬੈਂਕ ਜਿਹੜਾ ਸੀ ਉਹ ਇੰਡੀਆ ਦਾ ਸਭ ਤੋਂ 올ਡੈਸਟ ਵਰਕਿੰਗ ਬੈਂਕ ਸੀ, ਅੱਜ ਵੀ ਹੈ, ਬਟ ਹੁਣ ਇਸ ਨੂੰ ਆਪਾਂ 올ਡੈਸਟ ਵਰਕਿੰਗ ਬੈਂਕ ਦੀ ਕੈਟਾਗਰੀ ਚੋਂ ਕੱਢਤਾ ਕਿਉਂਕਿ ਇਹ ਬੈਂਕ 2019 ਦੇ ਵਿੱਚ ਇੰਡੀਅਨ ਬੈਂਕ ਦੇ ਨਾਲ ਮਰਜ ਹੋ ਚੁੱਕਿਆ ਹੈ। अगर इंडिपेंडेंट बैंक की गल की जाए तो SBI स्टेट बैंक ऑफ इंडिया इस समय ओल्डेस्ट बैंक और लार्जेस्ट बैंक है इंडिया। सैकंड पॉइंट पर स्टार्ट करते हैं। 3 प्रेसिडेंसी बैंक जिन्हां दे बारे में तुहानू पहला भी दस्सिया, बैंक ऑफ बंगाल, बैंक ऑफ बॉम्बे, बैंक ऑफ मद्रास। इन्हां तिन्ना बैंक्स नू 1921 दे विच मर्ज करके इंपीरियल बैंक ऑफ इंडिया बना दिता गया, जिस दा बाद दे विच नाम चेंज करके 1955 दे विच स्टेट बैंक ऑफ इंडिया रख दिता गया। ये सी अपना सेकंड पॉइंट। नाउ मूविंग फॉरवर्ड टू द थर्ड इंपॉर्टेंट पॉइंट, द फर्स्ट कमर्शियल बैंक ऑफ इंडिया। इंडिया दा सब तो पहला कमर्शियल बैंक वाज औध या अवध कमर्शियल बैंक, जो कि 1881 दे विच स्टार्ट किया गया सी फैजाबाद यूपी चो। नेक्स्ट इंपॉर्टेंट पॉइंट है जी पंजाब नेशनल बैंक। पंजाब नेशनल बैंक स्टार्ट किया गया सी 1895 दे विच लाहौर दे विच। ये अपना फर्स्ट बैंक है जो कि पूरे दा पूरा मैनेज इंडियंस द्वारा किया गया सी। इस दे हैडक्वार्टर्स हुण न्यू दिल्ली च ने, लेकिन देश की वंड तो पहला इस दे हैडक्वार्टर्स लाहौर दे विच होया करदे सी। ये स्टार्ट किया सी लाला लाजपत राय जी ने। नेक्स्ट है जी सेंट्रल बैंक ऑफ इंडिया। सेंट्रल बैंक ऑफ इंडिया इंडिया दा सब तो पहला स्वदेशी बैंक है। स्वदेशी बैंक का मतलब है स्टार्ट भी हिंदुस्तानियों ने किया, इस पैसे भी हिंदुस्तानियों दे लगे ने, काम भी हिंदुस्तानी करनगे। लेकिन जो पंजाब नेशनल बैंक सी, नो डाउट ओनू मैनेज सारे इंडियंस कर रहे सी, बट इस दे विच पैसा कल्ले इंडियंस दा नहीं सीगा, अंग्रेजां दा भी सी। बट जो सेंट्रल बैंक ऑफ इंडिया है ये भारत का सब तो पहला ट्रूली स्वदेशी बैंक है, जो कि 1911 दे विच बनिया। पूरे दा पूरा इस दे विच पैसा अते पूरे दे पूरे जो इस दे विच काम करने वाले लोग ने वो भारती ने। इस दे हैडक्वार्टर्स मुंबई दे विच ने। यह पहला बैंक बनिया जिसने क्रेडिट कार्ड की फैसिलिटी है जी लोगों को देनी शुरू की। इन्हों ने क्रेडिट कार्ड, सब तो पहला क्रेडिट कार्ड सेंट्रल बैंक ऑफ इंडिया द्वारा लॉन्च किया गया सी। इसलिए इन्होंने टैगलाइन रखी सी, ओपनिंग टैगलाइन, ताकि लोग ने जिहड़े इस तो अट्रैक्ट होन और ज्यादा तो ज्यादा क्रेडिट कार्ड दी फैसिलिटीज लैन। बाय नाउ पे लेटर, बाय नाउ पे लेटर was the opening of the credit cards. So this was our fifth important point.
नाउ मूविंग फॉरवर्ड टू द 6th पॉइंट, 6वें पॉइंट ते ਆਪਾਂ ਪਹੁੰਚ ਗਏ ਹਾਂ। यूनियन बैंक ऑफ इंडिया। यूनियन बैंक ऑफ इंडिया सन 1919 ਵਿੱਚ ਬਣਾਇਆ ਗਿਆ ਸੀ ਐਂਡ ਇਸ ਦੀ ਜੋ ਉਦਘਾਟਨ ਸੀ, ਇਸ ਦੀ ਜੋ ਸਥਾਪਨਾ ਕਰਵਾਈ ਸੀ, ਮਹਾਤਮਾ ਗਾਂਧੀ ਜੀ ਨੇ ਕਰਵਾਈ ਸੀ। ਇਸ ਦੇ ਹੈੱਡਕੁਆਰਟਰਸ ਮੁੰਬਈ ਦੇ ਵਿੱਚ ਹਨ। So Union Bank of India was established in 1919. It was inaugurated by Mahatma Gandhi and the headquarters is in Mumbai. Next है जी RBI बारे। रिजर्व बैंक ऑफ इंडिया ਦੇ ਉੱਪਰ ਆਪਣੀ ਇੱਕ ਨੈਕਸਟ ਵੀਡੀਓ ਆਏਗੀ ਜਿਸ ਦੇ ਵਿੱਚ ਤੁਹਾਨੂੰ RBI ਦਾ ਪੂਰਾ ਬੈਕਗ੍ਰਾਉਂਡ, RBI ਦੇ ਫੀਚਰਸ, RBI ਦੇ ਵਿੱਚ ਪਰਸਨਸ ਕੌਣ-ਕੌਣ ਹੁੰਦੇ ਨੇ, ਉਹ ਸਾਰੀ ਚੀਜ਼ ਆਪਾਂ ਡਿਟੇਲ ਦੇ ਵਿੱਚ ਆਪਣੀ ਨੈਕਸਟ ਵੀਡੀਓ ਦੇ ਵਿੱਚ ਸਿੱਖਾਂਗੇ। ਇਸ ਦੇ ਵਿੱਚ RBI ਬਾਰੇ ਬੇਸਿਕ ਇਨਫੋਰਮੇਸ਼ਨ ਦਿੱਤੀ ਹੈ। RBI 1 ਅਪ੍ਰੈਲ 1935 ਦੇ ਵਿੱਚ ਸਟਾਰਟ ਕੀਤਾ ਗਿਆ ਅੰਡਰ ਦਾ ਰਿਕਮੈਂਡੇਸ਼ਨ ਆਫ ਹਿਲਟਨ ਯੰਗ ਕਮਿਸ਼ਨ ਅੰਡਰ RBI ਐਕਟ 1934। ਪਹਿਲਾਂ RBI ਦਾ ਐਕਟ ਪਾਸ ਹੋਇਆ 1934 ਦੇ ਵਿੱਚ। ਉਸ ਤੋਂ ਬਾਅਦ ਨੈਕਸਟ ਈਅਰ 1 ਅਪ੍ਰੈਲ 1935 ਦੇ ਵਿੱਚ RBI ਨੂੰ ਸਟਾਰਟ ਕਰ ਦਿੱਤਾ ਗਿਆ। ਜਿਸ ਤਰ੍ਹਾਂ ਕਿ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ, RBI ਜਦੋਂ ਸਟਾਰਟ ਹੋਈ ਹੈ ਉਸ ਸਮੇਂ ਇੱਕ ਪ੍ਰਾਈਵੇਟ ਐਂਟੀਟੀ ਹੋਇਆ ਕਰਦੀ ਸੀ। ਲੇਟਰ ਔਨ 1949 ਦੀ 1 ਜਨਵਰੀ ਨੂੰ ਇਸ ਦਾ ਰਾਸ਼ਟਰੀਕਰਨ ਕੀਤਾ ਗਿਆ ਸੀ। ਜਦੋਂ RBI ਬਣਿਆ 1935 ਦੇ ਵਿੱਚ, ਉਸ ਸਮੇਂ ਇਹਦੇ ਪਹਿਲੇ ਗਵਰਨਰ ਸੀਗੇ ਜਿਹੜੇ ਉਹ ਸਰ ਔਸਬੋਰਨ ਸਮਿਥ ਸੀਗੇ। ਸਰ ਔਸਬੋਰਨ ਸਮਿਥ ਵਾਸ ਦਾ ਫਰਸਟ ਗਵਰਨਰ ਆਫ RBI ਐਂਡ CD ਦੇਸ਼ਮੁਖ ਭਾਰਤ ਦੇ RBI ਦੇ ਪਹਿਲੇ ਐਸੇ ਗਵਰਨਰ ਸੀ ਜੋ ਕਿ ਇੰਡੀਅਨ ਸੀ। यानी कि CD देशमुख was the first Indian to become the governor of RBI and RBI ਦੇ ਹੈੱਡਕੁਆਰਟਰਸ ਕਿੱਥੇ ਨੇ? ਮੁੰਬਈ ਦੇ ਵਿੱਚ ਨੇ। ਬਟ ਜਦੋਂ RBI ਬਣਿਆ ਸੀ, RBI 1934 ਚ ਬਣਿਆ। 1934 ਦੇ ਵਿੱਚ ਇਸ ਦੇ ਹੈੱਡਕੁਆਰਟਰ ਮੁੰਬਈ ਦੇ ਵਿੱਚ ਨਹੀਂ ਸੀਗੇ। ਇਸ ਦੇ ਹੈੱਡਕੁਆਰਟਰ ਪਹਿਲਾਂ ਕਲਕੱਤੇ ਹੁੰਦੇ ਸੀ, ਕੋਲਕਾਤਾ। 1937 ਦੇ ਵਿੱਚ ਇਸ ਦੇ ਹੈੱਡਕੁਆਰਟਰਸ ਨੂੰ ਸ਼ਿਫਟ ਕਰਕੇ ਮੁੰਬਈ ਦੇ ਵਿੱਚ ट्रांसफर किया गया। सो दिस इज RBI। नेक्स्ट है जी बैंक ऑफ इंडिया। बैंक ऑफ इंडिया 1906 ਦੇ ਵਿੱਚ ਮੁੰਬਈ ਦੇ ਵਿੱਚ ਸਟਾਰਟ ਕੀਤਾ ਗਿਆ। ਇਹ ਐਸਾ ਪਹਿਲਾ ਬੈਂਕ ਹੈ ਜਿਸਨੇ ਓਵਰਸੀਜ਼ ਬ੍ਰਾਂਚेस ਸਟਾਰਟ ਕੀਤੀਆਂ। ਨਾਓ व्हाट डू यू मीन बाय द टर्म ओवरसीज ब्रांचेस? ओवरसीज ब्रांच ਦਾ ਮਤਲਬ ਹੁੰਦਾ ਹੈ ਕੱਲੇ ਹਿੰਦੁਸਤਾਨ ਦੇ ਵਿੱਚ ਹੀ ਨਹੀਂ, ਕਿਸੇ ਹੋਰ ਦੇਸ਼ ਦੇ ਵਿੱਚ ਵੀ ਜਦੋਂ ਕੋਈ ਭਾਰਤੀ ਬੈਂਕ ਆਪਣੀ ਬ੍ਰਾਂਚ ਓਪਨ ਕਰੇਗਾ ਉਸਨੂੰ ਓਵਰਸੀਜ਼ ਬ੍ਰਾਂਚ ਕਹਿੰਦੇ ਨੇ। ਸੋ ਓਵਰਸੀਜ਼ ਬ੍ਰਾਂਚ ਸ਼ੁਰੂ ਕਰਨ ਵਾਲਾ ਸਭ ਤੋਂ ਪਹਿਲਾ ਬੈਂਕ ਸੀਗਾ ਬੈਂਕ ਆਫ ਇੰਡੀਆ। ਬੈਂਕ ਆਫ ਇੰਡੀਆ ਇਹਨੇ ਆਪਣੀ ਸਭ ਤੋਂ ਪਹਿਲੀ ਓਵਰਸੀਜ਼ ਬ੍ਰਾਂਚ ਹੈ ਜਿਹੜੀ 1946 ਦੇ ਵਿੱਚ ਸਟਾਰਟ ਕੀਤੀ ਸੀ ਲੰਡਨ ਦੇ ਵਿੱਚ। 1946 ਦੇ ਵਿੱਚ ਲੰਡਨ ਦੇ ਵਿੱਚ ਸਭ ਤੋਂ ਪਹਿਲੀ ਓਵਰਸੀਜ਼ ਬ੍ਰਾਂਚ ਸਟਾਰਟ ਕੀਤੀ ਗਈ। ਨਾਓ ਨੈਕਸਟ ਹੈ ਜੀ ICICI ਬੈਂਕ। ICICI ਬੈਂਕ ਪ੍ਰਾਈਵੇਟ ਬੈਂਕ ਹੈ, ਤੁਸੀਂ ਸਭ ਨੇ ਇਸ ਦਾ ਨਾਮ ਸੁਣਿਆ ਹੈ। 1994 ਦੇ ਵਿੱਚ ਵਡੋਦਰਾ ਗੁਜਰਾਤ ਦੇ ਵਿੱਚ ICICI ਬੈਂਕ ਦੀ ਸਥਾਪਨਾ ਕੀਤੀ ਗਈ। ਇਹ ਪਹਿਲਾ ਬੈਂਕ ਹੈ ਜੋ ਸਾਨੂੰ ਇੰਟਰਨੈਟ ਬੈਂਕਿੰਗ ਦੀ ਫੈਸਿਲਿਟੀ ਪ੍ਰੋਵਾਈਡ ਕਰ ਰਿਹਾ ਹੈ। ਯਾਨੀ ਕਿ ਸਭ ਤੋਂ ਪਹਿਲਾਂ ਇੰਟਰਨੈਟ ਦੀ ਸੁਵਿਧਾ, ਇੰਟਰਨੈਟ ਬੈਂਕਿੰਗ ਦੀ ਸੁਵਿਧਾ ਪ੍ਰੋਵਾਈਡ ਕਰਨ ਵਾਲਾ ਬੈਂਕ ICICI ਬੈਂਕ ਸੀ। ਐਂਡ ਇਹੀ ਸਭ ਤੋਂ ਪਹਿਲਾ ਬੈਂਕ ਹੈ ਜਿਸਨੇ ਆਪਾਂ ਨੂੰ ATM ਮਸ਼ੀਨ ਦਿੱਤੀਆਂ ਤਾਂ ਕਿ ਲੋਕ ਨੇ ਜਿਹੜੇ ਉਹ ਵੱਖ-ਵੱਖ ਜਗ੍ਹਾ ਤੇ ATM ਦੀ ਹੈਲਪ ਦੇ ਨਾਲ ਆਪਣੇ ਮਨੀ ਹੈ ਜਿਹੜੀ ਉਹ ਵਿਡਰਾ ਕਰਵਾ ਸਕਣ। ਸੋ ICICI bank was the first bank to provide internet banking facility as well as ATM facility। नेक्स्ट आ गया जी रूरल रीजनल बैंक्स। जिस तरह की मैं तुहानू दस्सिया सी 2 अक्तूबर 1975 ਨੂੰ रूरल रीजनल बैंक या रीजनल रूरल बैंक्स ने ਜਿਹੜੇ ਉਹ ਖੋਲੇ ਗਏ ਸੀ, ਸਟਾਰਟ ਕੀਤੇ ਗਏ ਸੀ। परंतु 3 रीजनल रूरल बैंक्स ਨੂੰ ਮਰਜ ਕਰਕੇ ਇੱਕ ਬੈਂਕ ਬਣਾ ਦਿੱਤਾ ਗਿਆ 2019 ਦੇ ਵਿੱਚ। ਪੰਜਾਬ ਗ੍ਰਾਮੀਣ ਬੈਂਕ, ਮਾਲਵਾ ਗ੍ਰਾਮੀਣ ਬੈਂਕ ਅਤੇ ਸਤਲੁਜ ਗ੍ਰਾਮੀਣ ਬੈਂਕ, ਇਹ ਤਿੰਨੇ ਦੇ ਤਿੰਨੇ RRB ਬੈਂਕਸ ਨੂੰ ਮਰਜ ਕਰਕੇ ਇੱਕ ਸਿੰਗਲ RRB ਬਣਾ ਦਿੱਤਾ ਗਿਆ ਹੈ ਪੰਜਾਬ ਗ੍ਰਾਮੀਣ ਬੈਂਕ। 1 जनवरी 2019 ਨੂੰ ਪੰਜਾਬ ਗ੍ਰਾਮੀਣ ਬੈਂਕ ਸਟਾਰਟ ਹੋ ਗਿਆ ਸੀ। ਨੈਕਸਟ ਪੁਆਇੰਟ, RBI ਨੇ ਬੈਂਕਿੰਗ ਦੀਆਂ ਫੈਸਿਲਿਟੀਆਂ ਨੂੰ ਹੋਰ ਪ੍ਰਮੋਟ ਕਰਨ ਵਾਸਤੇ
ਸਮਾਲ ਫਾਈਨਾਂਸ ਬੈਂਕ ਅਤੇ ਪੇਮੈਂਟ ਬੈਂਕਸ ਨੂੰ ਵੀ ਲਾਇਸੈਂਸ ਦੇਣੇ ਸ਼ੁਰੂ ਕਰਤੇ। ਹੁਣ what do you mean by the term small finance bank? ਤੁਸੀਂ ਸੁਣਿਆ ਹੋਊਗਾ AU small finance bank, ਮੁਠੂਤ ਬੈਂਕ, ਇਹ ਜਿਹੜੇ ਨੇ ਬੈਂਕਸ ਨੇ ਇਹ ਸਮਾਲ ਫਾਈਨਾਂਸ ਨੇ, ਯਾਨੀ ਕਿ ਛੋਟੇ ਕਰਜ਼ੇ ਦੇਣ ਵਾਲੇ ਬੈਂਕਸ ਨੇ। ਐਂਡ ਪੇਮੈਂਟ ਬੈਂਕਸ ਤੁਸੀਂ ਸੁਣਿਆ ਹੋਊਗਾ ਜੀਓ ਪੇਮੈਂਟ ਬੈਂਕ, ਏਅਰਟੈਲ ਪੇਮੈਂਟ ਬੈਂਕ। ਪੇਮੈਂਟ ਬੈਂਕਸ ਨੇ ਜਿਹੜੇ ਇਹਨਾਂ ਨੂੰ ਲਾਇਸੈਂਸ ਹੈ ਜਿਹੜਾ 2015 ਦੇ ਵਿੱਚ ਆਰਬੀਆਈ ਨੇ ਦੇਣਾ ਸ਼ੁਰੂ ਕੀਤਾ। ਸੋ ਸਭ ਤੋਂ ਪਹਿਲਾ ਜਿਹੜਾ ਸਮਾਲ ਫਾਈਨਾਂਸ ਬੈਂਕ ਇੰਡੀਆ ਦੇ ਵਿੱਚ ਖੁੱਲਿਆ ਦੈਟ ਵਾਸ ਕੈਪੀਟਲ ਸਮਾਲ ਫਾਈਨਾਂਸ ਬੈਂਕ। ਇਹ ਅਪ੍ਰੈਲ 2016 ਦੇ ਵਿੱਚ ਸਟਾਰਟ ਕੀਤਾ ਗਿਆ ਸੀ ਜਲੰਧਰ ਪੰਜਾਬ ਦੇ ਵਿੱਚ। ਇਟ ਇਜ਼ ਇੰਡੀਆਜ਼ ਫਸਟ ਸਮਾਲ ਫਾਈਨਾਂਸ ਬੈਂਕ। ਇਹ ਇੰਡੀਆ ਦਾ ਸਭ ਤੋਂ ਪਹਿਲਾ ਸਮਾਲ ਫਾਈਨਾਂਸ ਬੈਂਕ ਹੈ ਜਿਸ ਨੂੰ ਜਲੰਧਰ ਪੰਜਾਬ ਦੇ ਵਿੱਚ ਸਟਾਰਟ ਕੀਤਾ ਗਿਆ ਸੀ ਅਪ੍ਰੈਲ 2016 ਵਿੱਚ। ਨੈਕਸਟ ਇੰਪੋਰਟੈਂਟ ਪੁਆਇੰਟ ਇਜ਼ ਏਅਰਟੈਲ ਪੇਮੈਂਟ ਬੈਂਕ ਲਿਮਟਿਡ। ਏਅਰਟੈਲ ਪੇਮੈਂਟ ਬੈਂਕ ਸਨ 2017 ਦੀ ਜਨਵਰੀ ਦੇ ਮਹੀਨੇ ਦੇ ਵਿੱਚ ਏਅਰਟੈਲ ਪੇਮੈਂਟ ਬੈਂਕ ਸਟਾਰਟ ਕੀਤਾ ਗਿਆ। ਇਹ ਭਾਰਤ ਦਾ ਸਭ ਤੋਂ ਪਹਿਲਾ ਪੇਮੈਂਟ ਬੈਂਕ ਹੈ ਜਿਸ ਦੇ ਹੈੱਡਕੁਆਰਟਰਸ ਨਿਊ ਦਿੱਲੀ ਦੇ ਵਿੱਚ ਹਨ। ਲਾਸਟ ਪੁਆਇੰਟ ਤੇ ਆਪਾਂ ਪਹੁੰਚ ਚੁੱਕੇ ਹਾਂ ਜੀ। 14th ਪੁਆਇੰਟ ਸਟੇਟ ਬੈਂਕ ਆਫ ਇੰਡੀਆ ਦੀ ਇੱਕ ਨਿਊਜ਼ ਹੈ। ਸਟੇਟ ਬੈਂਕ ਆਫ ਇੰਡੀਆ ਨੂੰ ਤੁਸੀਂ ਜਾਣ ਚੁੱਕੇ ਹੋ ਕਿ 1955 ਦੇ ਵਿੱਚ ਇਸ ਦਾ ਨਾਮ ਸਟੇਟ ਬੈਂਕ ਆਫ ਇੰਡੀਆ ਪਿਆ। ਇਹ ਐਸਾ ਸਭ ਤੋਂ ਹਾਈਐਸਟ ਨੰਬਰ ਆਫ ਜਿਸ ਦੀਆਂ ਓਵਰਸੀਜ਼ ਬ੍ਰਾਂਚਿਸ ਨੇ ਇਸ ਸਮੇਂ SBI ਦੀਆਂ ਹਨ। SBI ਇਸ ਸਮੇਂ ਸਭ ਤੋਂ ਲਾਰਜੈਸਟ ਸਭ ਤੋਂ ਓਲਡੈਸਟ ਬੈਂਕ ਹੈ ਇੰਡੀਆ ਦਾ ਜਿਸ ਦੀਆਂ ਮੈਕਸਿਮਮ ਬ੍ਰਾਂਚਿਸ ਨੇ ਓਵਰਸੀਜ਼ ਬ੍ਰਾਂਚਿਸ, ਯਾਨੀ ਕਿ ਬਾਹਰਲੇ ਦੇਸ਼ਾਂ ਦੇ ਵਿੱਚ ਸਭ ਤੋਂ ਜ਼ਿਆਦਾ ਬ੍ਰਾਂਚਿਸ ਸਟੇਟ ਬੈਂਕ ਆਫ ਇੰਡੀਆ ਦੀਆਂ ਹੀ ਹਨ। ਸੋ ਗਾਇਸ ਆਈ ਹੋਪ ਤੁਹਾਨੂੰ ਇਹ ਲੈਕਚਰ ਹੈ ਜਿਹੜਾ ਪਸੰਦ ਆਇਆ ਹੋਵੇਗਾ। ਇਸ ਦੇ ਵਿੱਚ ਆਪਾਂ ਨੇ ਸਟਾਰਟਿੰਗ ਤੋਂ ਹਿਸਟਰੀ ਆਫ ਬੈਂਕਿੰਗ ਇਨ ਇੰਡੀਆ ਕੰਪਲੀਟ ਕੀਤਾ। ਉਸ ਦੀਆਂ 3 ਸਟੇਜਸ ਪ੍ਰੀ ਇੰਡੀਪੈਂਡੈਂਸ, ਸੈਕੰਡ ਸਟੇਜ ਜਿਸ ਨੂੰ ਆਪਾਂ ਨੈਸ਼ਨਲਾਈਜੇਸ਼ਨ ਕਹਿੰਦੇ ਆ, ਐਂਡ ਥਰਡ ਸਟੇਜ ਆਪਾਂ ਨੇ ਜਿਸ ਨੂੰ ਆਪਾਂ ਮਾਡਰਨ ਬੈਂਕਿੰਗ ਸਟੇਜ ਬੋਲਦੇ ਆ। ਇਹ ਤਿੰਨੇ ਸਟੇਜਾਂ ਨੂੰ ਡਿਟੇਲ ਦੇ ਵਿੱਚ ਪੜ੍ਹਿਆ। ਆਪਾਂ ਨੇ ਕਾਫੀ ਸਾਰੇ ਬੈਂਕ ਦੇਖੇ ਜੋ ਓਪਨ ਹੋਏ, ਕੁਝ ਬੈਂਕ ਬੰਦ ਹੋਏ, ਕੁਝ ਸਰਵਾਈਵ ਕਰ ਗਏ। ਆਪਾਂ ਨੇ RRBs ਬਾਰੇ ਪੜ੍ਹਿਆ, ਆਪਾਂ ਨੇ ਨੈਸ਼ਨਲਾਈਜੇਸ਼ਨ ਬਾਰੇ ਪੜ੍ਹਿਆ, ਐਂਡ ਆਪਾਂ ਨੇ 14 ਇੰਪੋਰਟੈਂਟ ਪੁਆਇੰਟਸ ਪੜ੍ਹੇ ਨੇ ਜਿਨ੍ਹਾਂ ਦੇ ਵਿੱਚੋਂ ਐਗਜ਼ਾਮ ਪੁਆਇੰਟ ਆਫ ਵਿਊ ਦੇ ਨਾਲ ਕੁਐਸਚਨਸ ਬਣਦੇ ਹੈਗੇ ਨੇ। ਆਪਣੀ ਜੋ ਨੈਕਸਟ ਵੀਡੀਓ ਆਏਗੀ, ਨੈਕਸਟ ਵੀਡੀਓ ਦੇ ਵਿੱਚ ਆਪਾਂ RBI ਬਾਰੇ ਕੰਪਲੀਟ ਡਿਟੇਲ ਦੇ ਵਿੱਚ ਜਾਣਕਾਰੀ ਲਵਾਂਗੇ। RBI ਕੀ ਹੈ, RBI ਕਿਸ ਤਰ੍ਹਾਂ ਆਪਣੇ ਕੰਮ ਕਰਦਾ ਹੈ, RBI ਦੀ ਕੀ ਫਿਊਚਰ ਪਲੈਨਿੰਗਸ ਹੁੰਦੀਆਂ ਨੇ, ਕਿਹੜੀ ਟੀਮ ਹੁੰਦੀ ਹੈ RBI ਦੇ ਵਿੱਚ ਜੋ RBI ਨੂੰ ਚਲਾਉਂਦੀ ਹੈ। RBI ਸਾਰੇ ਦੇ ਸਾਰੇ ਬੈਂਕਾਂ ਦਾ ਬੈਂਕ ਹੁੰਦਾ ਹੈ। ਇਸ ਦੇ ਬਾਰੇ ਆਪਾਂ ਆਪਣੀ ਨੈਕਸਟ ਵੀਡੀਓ ਦੇ ਵਿੱਚ ਸਿੱਖਾਂਗੇ। ਫਰੈਂਡਸ, ਅਗਰ ਤੁਹਾਨੂੰ ਸਾਡੀ ਵੀਡੀਓ ਪਸੰਦ ਆਈ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ, ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰੋ, ਬੈਲ ਆਈਕਨ ਪ੍ਰੈਸ ਕਰੋ ਤਾਂ ਕਿ ਤੁਹਾਨੂੰ ਲੇਟੈਸਟ ਵੀਡੀਓ ਦੀ ਨੋਟੀਫਿਕੇਸ਼ਨਸ ਡੇਲੀ ਮਿਲਦੀਆਂ ਰਹਿਣ। ਥੈਂਕ ਯੂ।